ਤੁਸੀਂ ਕਿੰਨੇ ਕੁ ਪਰਚੇ ਕਰਾ ਲਓਗੇ, ਤੁਸੀਂ ਕਿੰਨਿਆਂ ਕੁ ਨੂੰ ਦਬਾ ਲਓਗੇ, ਇਹ ਗੱਲ नहीं खत्म होनी। ਉਹ ਰੱਖ ਮੋਢੇ ਉੱਤੇ ਖੇਸੀ ਯਾਰ ਹੋਏ ਪਰਦੇਸੀ। ਤੁਸੀਂ ਹੁਣ ਖਾਲਿਸਤਾਨ ਚ ਰਹਿਣਾ ਹੈ ਜਾਂ ਇਹ ਦੋਨੋਂ ਸਿੰਗਰਾਂ ਨੇ ਪੰਜਾਬ ਚ ਆਉਣਾ ਹੈ, ਇਹ ਹੁਣ ਆਪਣਾ ਫੈਸਲਾ ਕਰ ਲਿਓ। ਇਹ ਕਹਿ ਰਿਹਾ ਵੀ ਮੈਂ ਖਾਲਿਸਤਾਨ ਦੀ ਡਿਮਾਂਡ ਕਰਦਾ ਸਿੱਖਾਂ ਦੇ ਲਈ, ਆਪਣੇ ਲਈ, ਤੇ ਮੈਂ ਇਹ ਲੜਾਈ ਲੜਦਾ ਰਹੂੰਗਾ। ਉਦੋਂ ਬਾਅਦ ਉਹਨੇ ਆਪਣੀ ਇਹ AK-47 ਚੱਕ ਕੇ ਆਪਣਾ ਗਾਣਾ ਗਾਉਂਦਾ ਵੀ ਹੁਣ ਮੈਂ 47 ਚੱਕ ਲਈ ਆ ਮੋਢੇ ਤੇ 6 ਜੂਨ ਕਰਕੇ, ਤੇ ਹੁਣ ਮੇਰੀ ਅਸਥੀਆਂ ਜਿਹੜੀਆਂ ਕੁਲਚੇ 'ਚ ਉਹ ਤੁਹਾਡੇ ਕੋਲ ਆਉਣਗੀਆਂ ਪਿੰਡ 'ਚ। मैं इंडिया का टैक्स पेयर नागरिक हाँ। ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਇੰਡੀਆ ਤੇ ਜਾਂ ਪੰਜਾਬ ਤੇ, ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਮਾਈਨੋਰਿਟੀਜ਼ ਨੂੰ ਇਹ ਲੱਗਦਾ ਵੀ ਇਹ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ, ਇਹ ਕੈਪੀਟਲਿਸਟਿਕ ਸੋਸਾਇਟੀ ਆ। ਨਾ ਤਾਂ ਦਲਜੀਤ ਤੇ ਨਾ ਹੀ ਜੈਜ਼ੀ ਬੈਂਸ ਕੋਈ ਦੇਸ਼ ਧਰੋਹੀ ਆ। ਪੰਥ ਦੇ ਜਥੇਦਾਰ ਸਾਹਿਬਾਨ ਆ, ਉਹ ਬਹੁਤ ਸਤਿਕਾਰਯੋਗ ਆ, ਉਹ ਬਹੁਤ ਲਰਨਡ ਬੰਦੇ ਆ। MP ਆ, ਮੈਂਬਰ ਆਫ ਪਾਰਲੀਮੈਂਟ ਆ ਰਵਨੀਤ ਬਿੱਟੂ, ਉਹਨਾਂ ਦਾ ਇੱਕ ਲਾਈਵ ਸੈਸ਼ਨ, ਇੱਕ ਵੀਡੀਓ ਸੁਣਿਆ, ਮੇਰੇ ਕਿਸੇ ਦੋਸਤ ਨੇ ਸ਼ੇਅਰ ਕੀਤਾ ਹੋਇਆ ਸੀ ਤਾਂ ਮੈਨੂੰ ਸੁਣਨ ਦਾ ਮੌਕਾ ਮਿਲਿਆ। ਖਾਸ ਤੌਰ ਤੇ ਉਸ ਗੱਲ ਦੀ ਪੜਚੋਲ ਕਰਨੀ ਆ, ਉਸ ਬਾਰੇ ਬੋਲਣਾ ਬੜਾ ਜ਼ਰੂਰੀ ਸੀ, ਕਿਉਂਕਿ ਉਸ 'ਚ ਉਹਨਾਂ ਨੇ ਇਹ ਗੱਲ ਕਹੀ ਵੀ ਜੈਜ਼ੀ ਬੈਂਸ ਜਾਂ ਦਲਜੀਤ ਦੋਸਾਂਝ ਉਹਨਾਂ ਨੇ ਕੋਈ ਗੱਲਾਂ ਕੀਤੀਆਂ ਜਿਹੜੀ ਕਿ ਦੇਸ਼ ਧਰੋਹੀ ਗੱਲ ਆ ਤੇ ਉਹਨਾਂ ਦੇ ਖਿਲਾਫ ਪਰਚੇ ਹੋਣੇ ਚਾਹੀਦੇ ਆ। ਮੈਨੂੰ ਐਂ ਲੱਗਦਾ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਸਤਿਕਾਰਯੋਗ ਆ, ਪਰ ਗੱਲ ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਰੂਰਤ ਆ। ਇਸ ਕਰਕੇ ਜ਼ਰੂਰਤ ਆ, ਇਹ ਗੱਲਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਦੇਖਿਆ ਗਿਆ। ਪਹਿਲਾਂ ਵੀ ਕਿਸੇ ਨੇ ਕੋਈ ਵੱਖਰੀ ਸੋਚ ਦੀ ਗੱਲ ਕੀਤੀ ਆ, ਇਹਨਾਂ ਨੂੰ ਹਮੇਸ਼ਾ ਹੀ ਦੇਸ਼ ਧਰੋਹੀ, ਐਂਟੀ ਨੈਸ਼ਨਲ ਜਾਂ ਇਸੇ ਨਜ਼ਰੀਏ ਤੋਂ, ਇਸੇ ਸੋਚ ਤੋਂ, ਇਸੇ ਵਿਚਾਰਧਾਰਾ ਤੋਂ ਦੇਖਿਆ ਜਾਂਦਾ, ਤੇ ਇਸ ਕਰਕੇ ਅਸੀਂ ਇਸ ਗੱਲ ਦੀ ਤਹਿ ਤੱਕ ਨਹੀਂ ਪਹੁੰਚ ਪਾਉਂਦੇ। ਇਸ ਗੱਲ ਦੀ ਪੜਚੋਲ ਹੋਣੀ, ਇਹਨੂੰ ਐਨਾਲਾਈਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਦੇਖੋ, ਤੁਸੀਂ ਦੇਸ਼ ਦੇ ਹਿੱਤ 'ਚ ਜਾਂ ਦੇਸ਼ ਨੂੰ ਅੱਗੇ ਰੱਖ ਕੇ ਮਾਈਨੋਰਿਟੀਜ਼ ਆ ਨਾ ਜਿਹੜੀਆਂ ਇਸ ਦੇਸ਼ 'ਚ ਮਾਈਨੋਰਿਟੀਜ਼ ਆ, ਉਹਨਾਂ ਨੂੰ ਇਨਸਿਕਿਉਰ ਨਹੀਂ ਫੀਲ ਕਰਾ ਸਕਦੇ। ਉਹ ਚਾਹੇ ਮਾਇਓਜ਼ ਹੋਣ, ਮਾਇਓਵਾਦ, ਉੱਥੇ ਵਾਇਲੈਂਸ ਹੋਈ ਜਾਂਦੀ ਆ। ਇੱਕ ਪਾਸੇ ਝਾਰਖੰਡ ਬਿਹਾਰ ਵਾਲੇ ਪਾਸੇ ਨੈਕਸਲਾਈਟ ਮੂਵਮੈਂਟ ਚੱਲੀ ਜਾਂਦੀ ਆ, ਉੱਥੇ ਵਾਇਲੈਂਸ ਹੋਈ ਜਾਂਦੀ ਆ। ਇੱਕ ਪਾਸੇ ਪੰਜਾਬ 'ਚ ਇੱਕ ਬਹੁਤ ਵੱਡੀ ਜਨਸੰਖਿਆ ਜਾਂ ਇੱਕ ਬਹੁਤ ਵੱਡਾ ਵਰਗ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਧੱਕਾ ਕੀਤਾ ਜਾਂਦਾ ਜਾਂ ਸਾਡੇ ਨਾਲ ਬੇਇਨਸਾਫੀ ਹੁੰਦੀ ਆ। ਹੁਣ ਜਿਹੜੇ ਹਾਲਾਤ ਜਾਂ ਕੋਈ ਸਮੱਸਿਆ ਪੈਦਾ ਹੁੰਦੀ ਆ ਨਾ, ਉਹ ਕਿਸੇ ਹਾਲਾਤ ਦੇ ਚੱਲਦੇ ਕੋਈ ਸਮੱਸਿਆ ਪੈਦਾ ਹੁੰਦੀ ਆ, ਤੇ ਉਹ ਹਾਲਾਤ ਜਦੋਂ ਬਣਦੇ ਆ ਉਹਦੇ 'ਚ ਮੇਨਲੀ ਕਿਸੇ ਨਾ ਕਿਸੇ ਢੰਗ 'ਚ ਬੇਇਨਸਾਫੀ ਕੀਤੀ ਜਾਂਦੀ ਆ ਉਸ ਮਾਈਨੋਰਿਟੀ ਨਾਲ, ਉਸ ਵਰਗ ਨਾਲ, ਤੇ ਉਸ ਬੇਇਨਸਾਫੀ ਨੂੰ ਡੈਫੀਨੇਟਲੀ ਜੇ ਬੇਇਨਸਾਫੀ ਹੋਊਗੀ ਤਾਂ ਉੱਥੇ ਤਣਾਅ ਵੀ ਪੈਦਾ ਹੋਊਗਾ ਤੇ ਟਕਰਾਅ ਵੀ ਪੈਦਾ ਹੋਊਗਾ। ਹੁਣ ਉਸ ਟਕਰਾਅ ਨੂੰ ਜਾਂ ਉਸ ਤਣਾਅ ਨੂੰ ਦਬਾਉਣ ਵਾਸਤੇ, ਉਹਨੂੰ ਜਮਾਂ ਹੀ ਦੱਬਣ ਵਾਸਤੇ ਜਿਹੜੀ ਗੱਲ ਵਰਤੀ ਗਈ ਆ, ਹਮੇਸ਼ਾ ਤੋਂ ਵਰਤੀ ਗਈ ਆ, ਸਾਡੇ ਪੋਲੀਟੀਕਲ ਲੀਡਰਸ ਇਸੇ ਗੱਲ ਤੇ ਅੱਗੇ ਆ ਕੇ ਗੱਲਾਂ ਕਰਦੇ ਆ ਵੀ ਇਹ ਦੇਸ਼ ਧਰੋਹੀ ਗੱਲ ਹੋ ਗਈ ਜੀ। ਦੇਖੋ, ਦੇਸ਼ ਨੇ ਟੁੱਟ ਜਾਣਾ, ਹੁਣ ਤਾਂ ਪਹਿਲਾਂ ਵਰਗੇ ਹਾਲਾਤ ਬਣ ਜਾਣਗੇ, ਕੋਈ ਹਥਿਆਰ ਮਿਲ ਗਿਆ, ਦੇਖੋ ਫਿਰ ਉਹੀ ਗੱਲ ਚੱਲ ਰਹੀ ਆ, ISI ਆ ਗਈ, ਹਥਿਆਰ ਸਪਲਾਈ ਕਰ ਰਹੀ ਆ। ਆਈ ਥਿੰਕ ਲੈਟਸ ਮੂਵ ਅਵੇ ਫਰੋਮ ਦਿਸ ਡਿਸਕਲੋਜ਼ਰ, ਲੈਟਸ ਅੰਡਰਸਟੈਂਡ ਦ ਸਿਚੁਏਸ਼ਨ, ਬਿਕੋਜ਼ ਤੁਸੀਂ ਕਿੰਨੇ ਕੁ ਪਰਚੇ ਕਰਾ ਲਓਗੇ, ਤੁਸੀਂ ਕਿੰਨਿਆਂ ਕੁ ਨੂੰ ਦਬਾ ਲਓਗੇ, ਇਹ ਗੱਲ ਨਹੀਂ ਖਤਮ ਹੋਣੀ ਜਦੋਂ ਤੱਕ ਤੁਸੀਂ ਇਹਨੂੰ ਐਨਾਲਾਈਜ਼ ਨਹੀਂ ਕਰਦੇ, ਜਦੋਂ ਤੱਕ ਤੁਸੀਂ ਇੱਕ ਵੱਖਰੀ ਸੋਚ ਜਾਂ ਵੱਖਰੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਜਾਂ ਇੱਕ ਸੰਵਾਦ ਦਾ ਸਿਲਸਿਲਾ ਨਹੀਂ ਉਹਨਾਂ ਨਾਲ ਜਿਹੜਾ ਬਣਾਇਆ ਜਾਂਦਾ ਜਾਂ ਰਚਿਆ ਜਾਂਦਾ। ਸੋ ਇਸ ਗੱਲ ਨੇ ਖਤਮ ਨਹੀਂ ਹੋਣਾ। ਤੁਸੀਂ ਦੇਸ਼ ਧਰੋਹੀ ਕਹਿ ਕੇ ਪਰਚੇ ਦਿੰਦੇ ਰਹੋਗੇ, ਫਿਰ ਵੀ ਅਗਲੀ ਜਨਰੇਸ਼ਨ ਪੈਦਾ ਹੋਊਗੀ, ਡਰ ਪੈਦਾ ਕਰੋਗੇ, ਪਰ ਡਰ ਬਾਹਲਾ ਦੇਰ ਲੋਕਾਂ 'ਚ ਪੈਦਾ ਨਹੀਂ ਕੀਤਾ ਜਾ ਸਕਦਾ ਹੁੰਦਾ। ਕਿਤੇ ਨਾ ਕਿਤੇ ਜਾ ਕੇ ਉਹ ਚਿਣਗ, ਕਿਤੇ ਨਾ ਕਿਤੇ ਜਾ ਕੇ ਜਿਹੜੀ ਇਹ ਇੱਕ ਰਿਬੈਲੀਅਨ ਇਨਸਟਿੰਕਟ ਆ, ਆਪਦੇ ਆਪ ਨੂੰ, ਆਪਦੀ ਹੋਂਦ ਨੂੰ ਬਚਾਉਣ ਵਾਸਤੇ ਜਾਂ ਆਪਦੇ ਹੱਕਾਂ ਦੇ ਲਈ ਜਿਹੜੀ ਲੜਾਈ ਹੁੰਦੀ ਆ, ਉਹ ਫਿਰ
ਉੱਠਿਆ ਆਉਂਦੀ ਆ ਤੇ ਉਹਨੇ ਉੱਠਣਾ ਹੀ ਉੱਠਣਾ, ਔਰ ਸਪੈਸ਼ਲੀ ਪੰਜਾਬੀ ਕੌਮ 'ਚ ਤਾਂ ਜਮਾ ਹੀ ਉੱਠਣਾ ਉਸ ਗੱਲ ਨੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀ ਵੀ ਸਾਡੀਆਂ ਸਮੱਸਿਆਵਾਂ, ਸਾਡੇ ਪੰਜਾਬ ਦੀਆਂ ਸਮੱਸਿਆਵਾਂ, ਸਾਡੀ ਕੌਮ ਦੀਆਂ ਸਮੱਸਿਆਵਾਂ, ਪੰਜਾਬੀਆਂ ਦੀਆਂ ਸਮੱਸਿਆਵਾਂ, ਉਹ ਕਿਸੇ ਹਾਲਾਤ ਦੇ ਕਰਕੇ ਪੈਦਾ ਹੋਈਆਂ। ਸਿਸਟਮ ਨੂੰ ਲੋਕਤੰਤਰ ਜਾਂ ਡੈਮੋਕ੍ਰੈਟਿਕ ਸਿਸਟਮ ਕਹਿੰਦੇ ਹੋ ਤਾਂ ਇਸ ਦੇਸ਼ ਦੀ ਕੋਈ ਵੀ ਮਾਈਨੋਰਿਟੀ ਇਸ ਗੱਲ 'ਚ ਵਿਸ਼ਵਾਸ ਨਹੀਂ ਰੱਖਦੀ ਵੀ ਇਹ ਡੈਮੋਕ੍ਰੈਟਿਕ ਸਿਸਟਮ ਆ, ਕਿਉਂਕਿ ਮਾਈਨੋਰਿਟੀਜ਼ ਨੂੰ ਇਹ ਲੱਗਦਾ ਵੀ ਇਹ ਡੈਮੋਕ੍ਰੈਟਿਕ ਸਿਸਟਮ ਨਹੀਂ ਆ, ਇਹ ਕੈਪੀਟਲਿਸਟਿਕ ਸੁਸਾਇਟੀ ਆ। ਇੱਥੇ ਕੁਛ ਕੁ ਚੁਣਿੰਦਾ ਜਿਹੜੇ ਲੋਕ ਆ ਇਸ ਦੇਸ਼ ਦੇ, ਇੱਕ ਕੈਪੀਟਲਿਸਟਿਕ ਲੋਕ ਆ ਜਿਨ੍ਹਾਂ ਕੋਲੇ ਜਿਹੜੇ ਪੂੰਜੀ ਬਹੁਤ ਜ਼ਿਆਦਾ, ਉਹਨਾਂ ਕੋਲੇ ਪੂੰਜੀਵਾਦ ਆ। ਸਾਡੇ ਦੇਸ਼ 'ਚ ਨੈਸ਼ਨਲ ਲੈਵਲ ਤੇ ਦੋ ਪਾਰਟੀਆਂ ਆ, ਇੱਕ ਆ ਕਾਂਗਰਸ, ਇੱਕ ਆ ਬੀਜੇਪੀ। ਇੱਕ ਜਿਹੜੀ ਕਾਂਗਰਸ ਆ ਉਹ ਇਸ ਦੇਸ਼ ਦੀ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦੀ ਆ, ਉਸ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦੀ ਆ ਜਿਹਨੂੰ ਸੈਕੂਲਰ ਹਿੰਦੂਵਾਦ ਕਿਹਾ ਜਾ ਸਕਦਾ। ਉਹ ਥੋੜੇ ਸੈਕੂਲਰ ਲੋਕ ਆ, ਉਹਨਾਂ ਨੂੰ ਐਂ ਲੱਗਦਾ ਵੀ ਇੰਨਾ ਧੱਕਾ ਨਾ ਕਰੋ, ਕੋਈ ਨਹੀਂ ਆਪਾਂ ਆਰਾਮ ਨਾਲ ਚੱਲੋ, ਪਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਉਸੇ ਮੈਜੋਰਿਟੀ ਨੂੰ ਹੀ ਰਿਪਰੈਜ਼ੈਂਟ ਕਰਦੀ ਆ। ਮੈਜੋਰਿਟੀ ਇਸ ਦੇਸ਼ 'ਚ ਹਿੰਦੂ ਜਮਾਤ ਆ ਜਿਹੜੀ ਉਸ ਦੀ ਆ, ਜਿਹੜੀ ਪੂੰਜੀਵਾਦੀਆਂ ਕੈਪੀਟਲਿਸਟਿਕ ਸੁਸਾਇਟੀ ਦੀ ਜਾਂ ਇੱਕ ਪਰਿਵਾਰਵਾਦ ਦੀ ਗੱਲ ਕਰਦੇ ਆ। ਉਹ ਸਾਨੂੰ ਸਾਰਿਆਂ ਨੂੰ ਪਤਾ ਜਿਹੜੀ ਕਾਂਗਰਸ ਪਾਰਟੀ ਆ ਉਹ ਖੜੀ ਹੀ ਇੱਕ ਫੈਮਿਲੀ ਡਾਇਨੈਸਟੀ ਤੇ ਆ, ਇੱਕ ਪਰਿਵਾਰਵਾਦ ਤੇ ਖੜੀ ਆ, ਤੇ ਉੱਥੋਂ ਹੀ ਸਾਰਾ ਵਰਤਾਰਾ ਚੱਲਦਾ। ਔਰ ਉਹ ਜਿਹੜੀ ਫੈਮਿਲੀ ਡਾਇਨੈਸਟੀ ਆ ਉਹਨਾਂ ਨੂੰ, ਚਾਹੇ ਉਹ ਸ਼੍ਰੀਮਤੀ ਇੰਦਰਾ ਗਾਂਧੀ ਹੋਣ, ਚਾਹੇ ਰਾਜੀਵ ਗਾਂਧੀ ਹੋਣ, ਚਾਹੇ ਹੁਣ ਵਾਲਾ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਆ, ਉਹਨਾਂ ਨੂੰ ਇਹ ਲੱਗਦਾ ਵੀ ਇਹ ਇੱਕ ਸੁਪੀਰੀਅਰ ਲੋਕ ਆ। ਦੂਜੇ ਪਾਸੇ ਦੂਜੀ ਵਿਚਾਰਧਾਰਾ ਜਿਹੜੀ ਇੱਕ ਕੱਟੜਵਾਦ, ਇੱਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਇੱਕ ਹਿੰਦੂਤਵਾ ਦੀ ਗੱਲ ਕਰਦੇ ਆ। ਹੁਣ ਉਸ ਪਾਲਿਸੀ ਜਾਂ ਉਸ ਵਿਚਾਰਧਾਰਾ 'ਚ ਵੀ ਜਾਂ ਉਸ ਫਿਲਾਸਫੀ ਤੋਂ ਵੀ ਕੋਈ ਮਾਈਨੋਰਿਟੀ ਸੇਫ ਜਾਂ ਸਿਕਿਉਰ ਫੀਲ ਨਹੀਂ ਕਰ ਰਹੀ। ਸੋ ਜੇ ਨਹੀਂ ਕਰ ਰਹੀ ਤਾਂ ਜੇ ਉਹ ਮਾਈਨੋਰਿਟੀ ਆਪਦੇ ਹੱਕਾਂ ਲਈ ਆਪਦੀ ਆਵਾਜ਼ ਉਠਾਉਂਦੀ ਆ ਜਾਂ ਬੇਇਨਸਾਫੀ ਦੇ ਅਗੇਂਸਟ ਆਵਾਜ਼ ਉਠਾਉਂਦੀ ਆ ਜਾਂ ਕੁਝ ਪਾਲਿਸੀਜ਼ ਕ੍ਰੀਏਟ ਕੀਤੀਆਂ ਜਾਂਦੀਆਂ, ਘੜ ਦਿੱਤੀਆਂ ਜਾਂਦੀਆਂ, ਉਹਦੇ ਆਵਾਜ਼ ਅਗੇਂਸਟ ਆਵਾਜ਼ ਉਠਾਉਂਦੀ ਆ, ਤਾਂ ਤੁਸੀਂ ਉਹਨੂੰ ਐਂਟੀ ਨੈਸ਼ਨਲ ਜਾਂ ਦੇਸ਼ ਧਰੋਹ ਕਹਿ ਕੇ ਉਹਨੂੰ ਦਬਾ ਦਿੰਦੇ ਹੋ। ਅਸੀਂ ਇਹ ਇੱਕ ਸੋਸ਼ਲ ਟੈਰਰ ਕ੍ਰੀਏਟ ਕੀਤਾ ਜਾਂਦਾ। ਤੁਸੀਂ ਇਹ ਦੇਖ ਲਓ, ਸੋਸ਼ਲ ਟੈਰਰ ਇਹ ਕ੍ਰੀਏਟ ਕੀਤਾ ਜਾਂਦਾ ਵੀ ਸਟੇਟ ਜਾਂ ਕੋਈ ਸਰਕਾਰ ਆ, ਕੋਈ ਵੀ ਸਰਕਾਰ ਆ ਜਦੋਂ ਉਹ ਰਾਜ ਕਰਦੀ ਆ ਉਹ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਉੱਤੇ ਰਾਜ ਕਰਦੀ ਆ। ਸੋ ਫਿਰ ਤੁਸੀਂ ਜਿਹੜੀ ਘੱਟ ਗਿਣਤੀ ਜਾਂ ਘੱਟ ਵਰਗ, ਜਿਹੜੇ ਘੱਟ ਗਿਣਤੀ ਵਰਗ ਆ, ਉਹਨਾਂ ਦੇ ਇੰਟਰਸਟ ਦੀ ਤਾਂ ਗੱਲ ਕਦੇ ਸੁਣਦੇ ਹੀ ਨਹੀਂ। ਫਿਰ ਜੇ ਨਹੀਂ ਸੁਣਦੇ ਉੱਥੇ ਤਣਾਅ ਤੇ ਟਕਰਾਅ ਪੈਦਾ ਹੁੰਦਾ। ਉਹ ਆਪਦੀ ਆਵਾਜ਼ ਜਾਂ ਹੱਕਾਂ ਲਈ ਆਪਦੀ ਆਵਾਜ਼ ਬੁਲੰਦ ਕਰਦੇ ਆ। ਉਸ ਆਵਾਜ਼ ਨੂੰ ਪਹਿਲਾਂ ਤਾਂ ਉਹਨਾਂ ਨੂੰ ਕੁਝ ਜੁਮਲੇ ਦੇ ਕੇ ਜਾਂ ਝੂਠੇ ਵਾਅਦੇ ਦੇ ਕੇ ਬੰਦ ਕਰ ਦਿੱਤਾ ਜਾਂਦਾ ਕੁਝ ਦੇਰ ਲਈ, ਪਰ ਜਦੋਂ ਥੋੜੀ ਦੇਰ ਬਾਅਦ ਇਹ ਪਤਾ ਲੱਗਦਾ ਵੀ ਹੁਣ ਉਹ ਝੂਠੇ ਵਾਅਦੇ ਜਾਂ ਜੁਮਲਿਆਂ ਨਾਲ ਕੰਮ ਨਹੀਂ ਚੱਲਣਾ, ਫਿਰ ਸਟੇਟ ਕੋਲੇ ਜਿਹੜੀਆਂ ਆਪਦੀਆਂ ਪਾਵਰਸ ਆ, ਆਰਮਡ ਫੋਰਸਿਸ ਆ, ਉਹਨਾਂ ਦੇ ਥਰੂ ਜ਼ੁਲਮ ਤੇ ਜ਼ਬਰ ਰਾਹੀਂ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਜਾਂਦਾ। ਜੇ ਅਸੀਂ ਇਹਨਾਂ ਨੂੰ ਪ੍ਰੋਪਗੇਟ ਕਰਾਂਗੇ ਇਸ ਕਰਕੇ ਵੀ ਇਹ ਦੇਸ਼ ਧਰੋਹੀ ਆ ਤੇ ਇਹਨਾਂ ਗੱਲਾਂ ਤੋਂ ਸਵਾਦ ਲਵਾਂਗੇ, ਉਹਨੂੰ ਐਨਲਾਈਜ਼ ਨਹੀਂ ਕਰਾਂਗੇ, ਇਹ ਗੱਲਾਂ ਹੀ ਚੱਲਦੀਆਂ ਰਹਿਣਗੀਆਂ। ਕਦੇ ਵੀ ਅਸੀਂ ਕੋਈ ਪੀਸਫੁਲ ਗੱਲ ਜਾਂ ਸੰਵਾਦ ਵਾਲੀ ਗੱਲ ਤਾਂ ਕਰ ਹੀ ਨਹੀਂ ਸਕਾਂਗੇ। ਫਿਰ ਸਾਡੇ ਲੀਡਰ ਆ, ਜਿਹੜੇ ਸਾਡੇ ਪੋਲੀਟੀਸ਼ੀਅਨਸ ਆ, ਉਹਨਾਂ ਨੂੰ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਵੀ ਜਿਹੜੀ ਪੋਲੀਟਿਕਸ ਆ ਨਾ, ਇਟਸ ਨਾਟ ਅ ਸਿੰਪਲ ਮੈਥਮੈਟਿਕਸ। ਕਿਸੇ ਵਿਦਵਾਨ ਨੇ ਇਹ ਗੱਲ ਕਹੀ ਸੀ, ਪੋਲੀਟਿਕਸ ਇਜ਼ ਨਾਟ ਅ ਸਿੰਪਲ ਮੈਥਮੈਟਿਕਸ, ਇਟਸ ਅ ਹਾਇਰ ਮੈਥਮੈਟਿਕਸ। ਔਰ ਸਪੈਸ਼ਲੀ ਇਸ ਦੇਸ਼ 'ਚ ਹਿੰਦੁਸਤਾਨ ਵਰਗੇ ਜਾਂ ਭਾਰਤ ਜਾਂ ਇਸ ਦੇਸ਼ 'ਚ ਜੇ ਚਾਹੇ ਸਿੱਖ ਹੋਣ, ਚਾਹੇ ਉਹ ਨੈਕਸਲਾਈਟਸ ਹੋਣ, ਚਾਹੇ ਉਹ ਮਾਓਵਾਦੀ ਹੋਣ, ਉਹਨਾਂ ਨੇ ਇਸ ਦੇਸ਼ ਦੇ ਇੱਕ ਸਿਸਟਮ 'ਚ ਆਪਦਾ ਇੱਕ ਟਰਸਟ, ਆਪਦਾ ਇੱਕ ਯਕੀਨ ਦਿੱਤਾ ਸੀ, ਤਾਂ ਉਹਨੂੰ ਤੋੜਿਆ ਨਹੀਂ ਜਾਣਾ ਚਾਹੀਦਾ। ਸਿੱਖ ਇਹਦਾ ਪਹਿਲੀ ਵਾਰੀ ਸ਼ਿਕਾਰ 1947 ਤੋਂ ਬਾਅਦ 1984 'ਚ ਹੋਏ, ਚਾਹੇ ਉਹ ਦਰਬਾਰ ਸਾਹਿਬ 'ਤੇ ਹਮਲਾ ਹੋਵੇ, ਚਾਹੇ ਉਹ ਦਿੱਲੀ ਸਿੱਖ ਜੈਨੋਸਾਈਡ ਰਾਈਟਸ ਹੋਣ, ਉਸ ਸੋਸ਼ਲ ਟੈਰਰ ਦਾ ਸ਼ਿਕਾਰ ਹੀ ਹੋਏ ਜਿਹਦੇ ਥਰੂ ਸਟੇਟ ਨੇ ਆਪਦੀ ਮਸ਼ੀਨਰੀ ਦੇ ਥਰੂ ਜਾਂ ਆਪਦੇ ਜਿਹੜੇ ਇੱਕ ਸਮਾਜਿਕ ਵਰਗ ਉਹਨਾਂ ਦੇ ਥਰੂ ਸਿੱਖਾਂ 'ਤੇ ਧੱਕਾ ਕੀਤਾ। ਸਿੱਖਾਂ ਨੂੰ ਇੱਕ
ਇਸ ਢੰਗ 'ਚ ਪ੍ਰੋਜੈਕਟ ਕਰ ਦਿੱਤਾ ਗਿਆ ਆਪਦੇ PR ਦੇ ਥਰੂ, ਆਪਦੇ ਸੋਸ਼ਲ ਮੀਡੀਆ, ਚਾਹੇ ਉਦੋਂ ਨਹੀਂ ਸੀ ਪਰ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਦੇ ਥਰੂ ਦੇ ਇਹ ਅੱਤਵਾਦੀ ਆ ਜਾਂ ਇਹ ਵੱਖਵਾਦੀ ਆ ਜਾਂ ਇਹ ਤਾਂ ਦੇਖੋ ਜੀ ਹੁਣ ਮੁਲਕ ਨੂੰ ਤੋੜ ਦੇਣਗੇ, ਦੇਖੋ ਇਹ ਤਾਂ ਇੰਟਰਨੈਸ਼ਨਲ ਗੱਲ ਹੋ ਗਈ, ਇੱਕ ਛੋਟਾ ਜਿਹਾ ਹਥਿਆਰ ਮਿਲ ਜਾਂਦਾ, ਵੇਖੋ ਜੀ ਫੇਰ ਉਹੀ ਹਾਲਾਤ ਪੈਦਾ ਹੋ ਜਾਣਗੇ। ਸੋ ਉਹਦੇ ਨਾਲ ਜਿਹੜੇ ਇੱਕ ਸ਼ਰਧਾ ਸਟੇਟ ਦੇ ਪ੍ਰਤੀ ਜਾਂ ਉਹਦੀ ਜ਼ੁਲਮ ਨੂੰ, ਉਹਦੇ ਜ਼ਬਰ ਨੂੰ ਜਸਟੀਫਾਈ ਕਰਨ ਦੀ ਇੱਕ ਮੁਹਿੰਮ ਚਲਾਈ ਜਾਂਦੀ ਆ। ਇਹਦੇ ਉੱਤੇ ਹੀ ਇਹ ਜਿਹੜੇ ਲੀਡਰਸ ਸਾਡੇ ਪੁਰਾਣੇ ਸੀ ਉਹ ਰਾਜ ਕਰਦੇ ਆਏ ਆ। ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ ਨੂੰ ਪ੍ਰੋਪੋਗੇਟ ਨਾ ਕਰੀਏ, ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰੀਏ, ਕਿਉਂਕਿ ਜੇ ਐਨਾਲਾਈਜ਼ ਕੀਤਾ ਹੁੰਦਾ ਤਾਂ ਪਰਚੇ ਕਰਨੇ ਉਹਦਾ ਹੱਲ ਨਹੀਂ ਆ। ਇਹਨੂੰ ਐਨਾਲਾਈਜ਼ ਕਰਕੇ ਜਦੋਂ ਅਸੀਂ ਆਪਸ 'ਚ ਬੈਠਾਂਗੇ, ਇਹ ਹੁਣ ਕੋਈ ਚੈਨਲ ਜਿਹੜੀ ਖਬਰਾਂ ਬਣਾ ਦਿੰਦੇ ਆ ਵੀ ਦੀਪ ਸਿੱਧੂ ਨੇ ਰਵਨੀਤ ਬਿੱਟੂ ਤੇ ਲਾਇਆ ਤਵਾ ਜਾਂ ਕੋਈ ਵੀ ਇਹੋ ਜਿਹੀ ਗੱਲ ਕਰ ਦੇਣ, ਉਹ ਵੱਖਰੀ ਗੱਲ ਆ, ਮੈਨੂੰ ਨਹੀਂ ਪਤਾ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਸੀ ਵੀ ਤੁਸੀਂ ਸਾਡੇ ਸਾਰੇ ਨੌਜਵਾਨ ਆਉਣ ਵਾਲੇ ਆਗੂ ਹੋ ਤੇ ਮੈਂ ਤੁਹਾਡੇ ਤੋਂ ਆਸ ਹੀ ਕਰਦਾ ਵੀ ਨਾ ਤਾਂ ਦਲਜੀਤ ਤੇ ਨਾ ਹੀ ਜੈਜ਼ੀ ਬੈਂਸ ਕੋਈ ਦੇਸ਼ ਧਰੋਹੀ ਆ। ਜੇ ਉਹਨਾਂ ਨੇ ਕੋਈ ਕਿਸੇ ਹੋਰ ਵਿਚਾਰਧਾਰਾ ਦੀ ਗੱਲ ਕੀਤੀ ਆ ਜਾਂ ਜੇ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਆ ਜਾਂ ਸਾਡੇ ਜਿਹੜੇ ਪੰਥ ਦੇ ਜਥੇਦਾਰ ਸਾਹਿਬਾਨ ਆ, ਉਹ ਬਹੁਤ ਸਤਿਕਾਰਯੋਗ ਆ, ਉਹ ਬਹੁਤ ਲਰਨਡ ਬੰਦੇ ਆ, ਉਹ ਬੜੇ ਗਿਆਨੀ ਆ। ਤੁਸੀਂ ਦੇਖੋ ਪੋਲੀਟੀਕਲ ਪਾਰਟੀ ਕੁਛ ਵੀ ਕਰੇ, ਪਿੱਛੇ ਆਪਾਂ ਇਹ ਕਹਿ ਦਈਏ ਵੀ ਬਾਦਲਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਜਾਂ ਉਹਨਾਂ ਨੂੰ ਕਿਸੇ ਪੋਲੀਟੀਕਲ ਪਾਰਟੀ ਦੀ ਸ਼ੈ ਆ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੁੰਦਾ। ਗੱਲ ਤਾਂ ਫੇਰ ਵੀ ਬੈਠ ਕੇ ਹੀ ਕਰਨੀ ਪੈਂਦੀ ਆ। ਕੋਈ ਵੀ ਦੇਸ਼ ਧਰੋਹੀ ਨਹੀਂ ਆ। ਅਸੀਂ ਆਪਦੇ ਹੱਕਾਂ ਲਈ, ਅਸੀਂ ਬੇਇਨਸਾਫੀ ਦੇ ਅਗੇਂਸਟ ਆਪਦੀ ਲੜਾਈ ਲੜਦੇ ਆ। ਤੇ ਇਹੀ ਗੱਲ ਬਸ ਤੁਹਾਨੂੰ ਸਮਝ ਆ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ।